ਗਿਆਨ ਰਤਨ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬੋਲ ਨੇ। ਫਰਮਾਉਂਦੇ ਨੇ, ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਜੇਕਰ ਭਾਈ ਗੁਰਦਾਸ ਜੀ ਨੇ ਮੇਰੀ ਪੀਰੀ ਦੇ ਮਾਲਕ ਜੀ ਨੂੰ ਪਰਉਪਕਾਰੀ ਆਖਿਆ ਤਾਂ ਉਹਨਾਂ ਪਰਉਪਕਾਰਾਂ ਦੇ ਵਿੱਚੋਂ ਉਹ ਪਰਉਪਕਾਰ ਵੀ ਬੜੀ ਮਹਾਨਤਾ ਰੱਖਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਕਾਫਲਾ ਤੁਰਿਆ ਜਾ ਰਿਹਾ, ਰਸਤੇ ਦੇ ਵਿੱਚ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ। ਪਾਤਸ਼ਾਹ ਮਹਾਰਾਜ ਰੁਕਣ ਦਾ ਹੁਕਮ ਦਿੰਦੇ ਨੇ ਤਾਂ ਕਹਿਣ ਲੱਗੇ, ਆਵਾਜ਼ ਕਿੱਥੋਂ ਆ ਰਹੀ ਹੈ? ਕਹਿੰਦੇ, ਪਾਤਸ਼ਾਹ ਇੰਜ ਲੱਗਦਾ ਵੀ ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ ਜੀ। ਤਾਂ ਪਾਤਸ਼ਾਹ ਕਹਿਣ ਲੱਗੇ ਵੀ ਪਤਾ ਕਰੋ, ਲੱਭੋ ਆਸੇ ਪਾਸੇ ਕਿੱਥੋਂ ਆਵਾਜ਼ ਆ ਰਹੀ ਹੈ। ਤਾਂ ਆਸੇ ਪਾਸੇ ਪਤਾ ਕੀਤਾ ਤਾਂ ਉੱਥੇ ਇੱਕ ਰੂੜੀ ਸੀ ਤੇ ਰੂੜੀ ਦੇ ਉੱਤੇ ਇੱਕ ਘੜਾ ਪਿਆ ਸੀ। ਘੜੇ ਦੇ ਜਦ ਵਿੱਚ ਨਿਗਾਹ ਮਾਰੀ ਗਈ ਤਾਂ ਵਿੱਚ ਇੱਕ ਬੱਚਾ ਸੀ ਜਿਹੜਾ ਕਿ ਬੜਾ ਕਰੂਪ ਲੱਗ ਰਿਹਾ ਸੀ। ਤਾਂ ਪਾਤਸ਼ਾਹ ਨੂੰ ਦੂਰੋਂ ਕਹਿਣ ਲੱਗੇ ਗੁਰਸਿੱਖ, ਪਾਤਸ਼ਾਹ ਮਹਾਰਾਜ ਜੀ ਇੱਕ ਬੱਚਾ ਪਿਆ ਜੀ ਘੜੇ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ, ਭਾਈ ਲੈ ਆਓ, ਚੱਕ ਲਿਆਓ। ਕਹਿਣ ਲੱਗੇ, ਪਾਤਸ਼ਾਹ ਜੀ ਬੜਾ ਭੱਦਾ ਜਿਹਾ ਹੈ, ਬੜਾ ਕਰੂਪ ਹੈ। ਪਾਤਸ਼ਾਹ ਨੇ ਆਖਿਆ, ਨਹੀਂ ਭਾਈ, ਇਹ ਸੁਥਰਾ ਹੋਏਗਾ। ਤੋ ਸਾਧ ਸੰਗਤ ਬਾਬੇ ਦੇ ਬਚਨ ਹੋਏ, ਜਿਹਨੂੰ ਲੋਕ ਕਰੂਪ ਕਹਿੰਦੇ ਸੀ, ਭੱਦਾ ਕਹਿੰਦੇ ਸੀ, ਅੱਜ ਮੇਰੀ ਪੀਰੀ ਦੇ ਮਾਲਕ ਨੇ ਇਹੋ ਜਿਹਾ ਪਰਉਪਕਾਰ ਕੀਤਾ। ਬਾਬਾ ਸੁਥਰੇ ਸ਼ਾਹ ਦੇ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਪ੍ਰਗਟ ਹੋਇਆ। ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ। ਤੇ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ ਕਿ ਬਾਬਾ ਸੁਥਰੇ ਸ਼ਾਹ ਇੱਕ ਇਹੋ ਜਿਹੀ ਰੂਹ ਹੋਏ ਨੇ ਜਿਨ੍ਹਾਂ ਨੇ ਇਹੋ ਜਿਹੀ ਬੰਦਗੀ, ਗੁਰੂ ਦੀ ਇਹੋ ਜਿਹੀ ਸੇਵਾ, ਸਿਮਰਨ ਕੀਤਾ ਕਿ ਬ੍ਰਹਮ ਗਿਆਨੀ ਦੀ ਜੋ ਦਾਤ ਹੈ ਨਾ, ਬ੍ਰਹਮ ਗਿਆਨ ਦੀ, ਉਹ ਪ੍ਰਾਪਤ ਕਰ ਲਈ। ਇਹਨਾਂ ਦੇ ਬੋਲ ਚਾਹੇ ਮਜ਼ਾਕੀਆ ਸੁਭਾਅ ਵਾਲੇ ਹੋਇਆ ਕਰਦੇ ਸੀ, ਪਰ ਮਜ਼ਾਕ ਦੇ ਵਿੱਚ ਵੀ ਬੜਾ ਕੁਝ ਸਿਖਾ ਜਾਂਦੇ ਸੀ। ਇੱਕ ਦਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ। ਸਾਹਮਣੇ ਇੱਕ ਪੰਡਤ ਬੈਠਾ। ਪੰਡਤ ਦੇ ਸਾਰੇ ਸਰੀਰ ਦੇ ਉੱਤੇ ਸੁਆਹ ਮਲੀ ਹੋਈ ਹੈ। ਬਾਬਾ ਸੁਥਰੇ ਸ਼ਾਹ ਮੇਰੀ ਪੀਰੀ ਦੇ ਮਾਲਕ ਜੀ ਦੇ ਸੀਸ ਦੇ ਉੱਤੇ ਚੌਰ ਸਾਹਿਬ ਕਰ ਰਹੇ ਸੀ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਿੱਠ ਸੀ ਬਾਬਾ ਸੁਥਰੇ ਸ਼ਾਹ ਵੱਲ, ਕਿਉਂਕਿ ਪਿੱਛੇ ਖੜੇ ਸੀ ਬਾਬਾ ਸੁਥਰੇ ਸ਼ਾਹ ਜੀ। ਸਾਹਮਣੇ ਮੇਰੀ ਪੀਰੀ ਦੇ ਮਾਲਕ ਜੀ ਦੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਮਣੇ ਪੰਡਤ ਬੈਠਾ ਹੈ, ਉਹਦੇ ਸਰੀਰ ਉੱਤੇ ਸੁਆਹ ਮਲੀ ਹੈ। ਉਹ ਬੜੀ ਨਿਮਰਤਾ ਦੇ ਵਿੱਚ ਬੋਲੀ ਜਾਂਦਾ ਹੈ, ਹੱਥ ਜੋੜੀ ਜਾਂਦਾ ਹੈ। ਬਾਬਾ ਸੁਥਰੇ ਸ਼ਾਹ ਉਹਦੇ ਵੱਲ ਦੇਖ ਕੇ ਉਹਨੂੰ ਜੀਭਾਂ ਕੱਢਣ ਲੱਗ ਪਏ। ਉਹਨੇ ਇੱਕ ਵਾਰ ਨਿਗਾਹ ਮਾਰੀ, ਚਲੋ ਬਾਹਲਾ ਕੁਝ ਗੌਲਿਆ ਨਹੀਂ। ਦੂਜੀ ਵਾਰ ਫੇਰ ਇਸ ਤਰ੍ਹਾਂ ਹੀ ਹੋਇਆ। ਬਾਬਾ ਸੁਥਰੇ ਸ਼ਾਹ ਕਿਤੇ ਜੀਭਾਂ ਕੱਢਿਆ ਕਰਨ, ਕਿਤੇ ਉਹਨੂੰ ਅੱਖਾਂ ਕੱਢਿਆ ਕਰਨ। ਕਰਦਿਆਂ ਕਰਾਉਂਦਿਆਂ ਉਹ ਜਿਹੜਾ ਬਾਹਮਣ ਸਾਹਮਣੇ ਬੈਠਾ ਸੀ, ਪੰਡਤ ਕਹਿ ਲਓ, ਉਹ ਅੱਕ ਗਿਆ। ਉਹਨੇ ਕੀ ਕੀਤਾ, ਕੋਲ ਇੱਕ ਸੋਟੀ ਪਈ ਸੀ, ਉਹਨੇ ਸੋਟੀ ਚੁੱਕੀ ਤੇ ਬਾਬਾ ਸੁਥਰੇ ਸ਼ਾਹ ਜੀ ਦੇ ਮਗਰ ਪੈ ਗਿਆ। ਬਾਬਾ ਸੁਥਰੇ ਸ਼ਾਹ ਅੱਗੇ ਅੱਗੇ ਤੇ ਉਹ ਪੰਡਤ ਸੋਟੀ ਲੈ ਕੇ ਪਿੱਛੇ ਪਿੱਛੇ। ਤਾਂ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਕੀ ਗੱਲ ਹੋ ਗਈ? ਕਹਿਣ ਲੱਗੇ, ਜੀ ਮੈਨੂੰ ਇਹ ਛੇੜਦਾ, ਮੈਨੂੰ ਵਾਰ-ਵਾਰ ਕਿਤੇ ਅੱਖਾਂ ਕੱਢਦਾ, ਕਦੇ ਜੀਭਾਂ ਕੱਢਦਾ ਹੈ ਜੀ। ਤਾਂ ਕਹਿਣ ਲੱਗੇ ਬਾਬਾ ਸੁਥਰੇ ਸ਼ਾਹ ਨੂੰ ਮੇਰੀ ਪੀਰੀ ਦੇ ਮਾਲਕ, ਹਾਂ ਬਾਬਾ ਸੁਥਰੇ ਸ਼ਾਹ, ਹਾਂ ਭਾਈ ਦੱਸ, ਪੰਡਿਤ ਜੀ ਗੱਲ ਸਹੀ ਕਹਿੰਦੇ ਨੇ? ਕਹਿਣ ਲੱਗੇ, ਨਹੀਂ ਮਹਾਰਾਜ। ਕਹਿਣ ਲੱਗੇ, ਨਹੀਂ। ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਝੂਠ ਥੋੜ੍ਹਾ ਬੋਲਣਗੇ? ਕਹਿੰਦੇ, ਨਹੀਂ ਪਾਤਸ਼ਾਹ ਜੀ, ਝੂਠ ਵੀ ਨਹੀਂ ਬੋਲਦੇ। ਮੈਂ ਤਾਂ ਇਹ ਦੇਖਣਾ ਚਾਹੁੰਦਾ ਸੀ, ਕਿਉਂਕਿ ਇਹਨਾਂ ਦੇ ਸਰੀਰ ਉੱਤੇ ਸੁਆਹ ਮਲੀ ਹੋਈ ਹੈ,
कि केवल ते केवल सुआह ही है। कहण लगे मैं तो सुआह फोल के देखी है भी किते अग तां नहीं है विच। ते जद कहण लगे मैं सुआह फरोली तो विच तां अग दे अंबार लगे पए ने। तो फिर सुआह मंडण दा की फायदा, क्योंकि अंदरली जो अग सी ਉਹਨੂੰ ਤਾਂ बुझाया नहीं। ਸੁਆਹ ਦਾ मतलब है कि मैं हुण राख हो चुकिया, मैं अपनी होंद गवा ਦਿੱਤੀ है। ਤੇ ਇਹਨਾਂ ਨੂੰ ਤਾਂ ਇਹੀ ਮਨ ਦੇ ਵਿੱਚ ਲੱਗਿਆ ਪਿਆ ਕਿ ਇਹਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਜੀਭ ਕੱਢ ਕੇ। ਤੋ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੇ ਇਹੋ ਜਿਹੇ ਜੋ ਗੁਰਸਿੱਖ ਹੋਏ ਨੇ, ਜਿਨ੍ਹਾਂ ਨੇ ਮਜ਼ਾਕ ਦੇ ਵਿੱਚ ਵੀ ਕਈਆਂ ਨੂੰ ਸਿੱਧੇ ਰਸਤੇ ਪਾ ਦਿੱਤਾ ਜੀ, ਇਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰਨੇ ਜਾਣਾ ਚਾਹੀਦਾ। ਤਾਂ ਹੀ ਪਾਤਸ਼ਾਹ ਨੇ ਆਖਿਆ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਭੁੱਲ ਚੁੱਕ ਦੀ ਖਿਮਾ। ਜੇਕਰ ਸਾਖੀ ਚੰਗੀ ਲੱਗੀ ਹੋਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।